पंज प्याले पंज पीर छठम पीर बैठा गुरु भारी। अर्जन काया पलट कै मूरत हर गोबिंद सवारी। चली पीढ़ी सोडियां रूप दिखावन वारो वारी। दल भंजन गुर सूरमा बड़ जोधा बहु पर उपकारी। पुछण सिख अरदास कर छे महलां तक दर्श निहारी। अगम अगोचर सतगुरु बोले मुख ते सुनो संसारी। कल युग पीढ़ी सोडियां निहचल नीम उसार खिलारी। जुग जुग सतगुर धरे अवतारी। परम सन्मान योग जुगो जुग अटल चवर छतर तखत दे मालक गुरु गरीब निवाज गुरता गद्दी ते विराजमान सतगुरु गुरु ग्रंथ साहिब महाराज जी की पावन पवित्र हजूरी अंदर बड़े प्रेम सहित आप जुड़ बैठ मेरी पीरी दे मालक गुरु हरगोबिंद साहिब महाराज जी का गुरता गद्दी दिवस मना रहे हो। आओ विचारां दी आरंभता तो पहला फतेह प्रवान करनी जी। वाहिगुरु जी का खालसा वाहिगुरु जी की फतेह। सतगुरु धन गुरु अर्जन देव महाराज जिन्हों लाहौर तो संदेश पहुँचा 2 लाख रुपया जुर्माने की भी मंग की। सतगुरु गुरु अर्जन देव महाराज जी ने यह जान लिया सी कि हुण साडा ये अंतला समा शहादत के कारण महाराज जी के जिहन विच प्रगट हो चुके सन। अमृतसर तो चलन लग्या बाबा बुढ़ा साहब जी नूं भाई गुरदास जी नूं होर मोहतबार गुरसिखां नूं एकत्र कीता। सतगुरु महाराज धन गुरु हरगोबिंद साहब महाराज जी नूं कुछ जरूरी उपदेश महाराज जी ने बख्शिश कीते। अगाऊं आने वाले समय तो आगाह किया क्योंकि ये बोल इशारे मात्र कई बार प्रगट हो चुके सन कि गुरु हरगोबिंद साहब महाराज वो शस्त्रधारी होवणगे। पहला तो इतिहास विच असीं ये वचन पढ़ते हाँ कि जदों माता गंगा जी बाबा बुढ़ा साहब जी दे कोल आए सन तो उन्होंने वचन कीते सी जदों उन्होंने मुक्की मार के गंढे नूं भन्निया सी कि ये मुगलों के सिर इउं भन्नेगा जिद्दां असीं ये गंढे नूं भन्निया है। ते सतगुरु महाराज गुरु अर्जन देव जी दे हजूर भी एक बार 2 सिख भाई जैत ते भाई शिंगारू वो शस्त्रधारी योधे सन। उन्हां महाराज गुरु अर्जन देव जी नूं शस्त्र भेटा के तौर पर अर्पण किए। महाराज गुरु अर्जन देव जी ने उत्थे वचन किए सन। भाई मनी सिंह जी की रचना विच दर्ज है। महाराज आखण लगे गुरु अर्जन देव जी के असीं शस्त्र पकड़ने हैं मगर गुरु हरगोबिंद के रूप में।
ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ ਕਿ ਤੁਸੀਂ ਸਾਡੀ ਸ਼ਹਾਦਤ ਤੋਂ ਬਾਅਦ ਇਸ ਸੰਸਾਰ ਦੇ ਵਿੱਚ ਅਮਨ ਅਮਾਨ ਦੀ ਕਾਇਮੀ ਵਾਸਤੇ, ਜ਼ੁਲਮ ਸਿਤਮ ਨੂੰ ਨੇਸ ਤੋਂ ਨਬੂਦ ਕਰਨ ਵਾਸਤੇ ਫੌਜ ਰੱਖਣੀ, ਸ਼ਸਤਰਧਾਰੀ ਹੋਣਾ। ਤੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਗੁਰਿਆਈ ਦੀ ਰਸਮ ਨਿਭਾਈ। ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਕਿ ਜੋ ਤੁਸੀਂ ਇਹ ਸੇਵਾ ਨਿਭਾਉਂਦੇ ਆਏ ਹੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਮੇਂ ਤੋਂ, ਉਹ ਸੇਵਾ ਅੱਜ ਵੀ ਤੁਸੀਂ ਨਿਭਾਓ। ਗੁਰਤਾ ਗੱਦੀ ਤੇ ਵਿਰਾਜਮਾਨ ਕਰਨ ਦੀ ਸਾਰੀ ਮਰਿਆਦਾ ਬਾਬਾ ਬੁੱਢਾ ਸਾਹਿਬ ਜੀ ਨੇ ਪੂਰੀ ਕੀਤੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਨੇ, ਉਸ ਸਮੇਂ ਦੇ ਦ੍ਰਿਸ਼ ਨੂੰ ਢਾਡੀ ਨੱਥਾ ਤੇ ਅਬਦੁੱਲਾ, ਜਿਹੜੇ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਸਨ, ਉਹਨਾਂ ਨੇ ਜ਼ਿਕਰ ਕੀਤਾ। ਕਹਿਣ ਲੱਗੇ ਅਸਲ ਵਿੱਚ ਦੁਨੀਆ ਦੇ ਉੱਤੇ ਰਾਜਿਆਂ ਦੇ ਤਖਤ ਨੇ, ਪਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ, ਜਿਨ੍ਹਾਂ ਨੇ ਫਿਰ 1609 ਈਸਵੀ ਦੇ ਵਿੱਚ ਤਖਤ ਦੀ ਰਚਨਾ ਕੀਤੀ। ਕਿਸੀ ਰਾਜ ਨਹਿ ਹਾਥ ਲਗਾਇਓ, ਬੁੱਢਾ ਆਓ ਗੁਰਦਾਸ ਬਣਾਇਓ। ਤੇ ਜਦੋਂ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਖਤ 'ਤੇ ਬਿਰਾਜਮਾਨ ਹੋਏ, ਉੱਥੇ ਜ਼ਿਕਰ ਆਉਂਦਾ ਹੈ, ਸੱਚਾ ਤਖਤ ਸੁਹਾਇਓ ਸ਼੍ਰੀ ਗੁਰ ਪਾਏ ਕੈ। ਕਹਿਣ ਲੱਗੇ ਅਸਲ ਵਿੱਚ ਤਖਤ ਦੀ ਸ਼ੋਭਾ ਜਿਹੜੀ ਹੈ ਨਾ, ਉਹ ਅੱਜ ਪ੍ਰਗਟ ਹੋਈ ਹੈ। ਸੱਚਾ ਤਖਤ ਸੁਹਾਇਓ ਸ਼੍ਰੀ ਗੁਰ ਪਾਏ ਕੈ, ਰਵ ਸਸ ਪਏ ਮਲੀਨ ਸੋ ਦਰਸ ਦਿਖਾਏ ਕੈ। ਮੀਰ ਨੱਥਾ ਓ ਅਬਦੁੱਲਾ ਜਸ ਕਹਿ ਬਣਾਏ ਕੈ। ਫਿਰ ਉਹਨਾਂ ਨੇ ਜਸ ਗਾਇਆ ਕਿ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ। ਪੱਗ ਤੇਰੀ ਕੀ ਜਹਾਂਗੀਰ ਦੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਇਹ ਹੁਕਮ ਕੀਤਾ ਸੰਗਤਾਂ ਦੇ ਪ੍ਰਤੀ ਕਿ ਅੱਜ ਤੋਂ ਸਾਡੀ ਭੇਟਾ ਚੰਗਾ ਸ਼ਸਤਰ ਤੇ ਚੰਗੀ ਜਵਾਨੀ ਹੋਵੇਗੀ। ਜਿਸ ਨੇ ਸਾਡੀ ਖੁਸ਼ੀ ਲੈਣੀ ਹੋਵੇ, ਉਹ ਘੋੜ ਸਵਾਰੀ ਕਰੇ, ਕਸਰਤ ਕਰੇ, ਭੁੱਲੇ ਸਰੀਰਕ ਕਮਜ਼ੋਰੀ ਨੂੰ ਕੌਮੀ ਗੁਨਾਹ ਐਲਾਨਿਆ। ਫਿਰ ਮਹਾਰਾਜ ਜੀ ਨੇ ਢਾਡੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਹੁਕਮ ਕੀਤਾ ਕਿ ਹੁਣ ਲੋੜ ਹੈ ਤੁਹਾਡੀਆਂ ਸੁਰਾਂ ਕੌਮ ਨੂੰ ਵੰਗਾਰਨ ਤੇ ਤੁਹਾਡੇ ਢੱਡ ਦੀ ਠੱਪ ਜਿਹੜੀ ਹੈ ਉਹ ਕੌਮ ਨੂੰ ਟੁੰਬ ਕੇ ਜਗਾਵੇ। ਤੁਹਾਡੇ ਗੱਜ ਦੇ ਘੁੰਗਰੂ ਲੋਕਾਂ ਦੇ ਮਨਾਂ ਵਿੱਚ ਕੁਰਬਾਨੀ ਦਾ ਚਾਅ ਪੈਦਾ ਕਰਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨੇਮ ਐਸਾ ਬੰਨ੍ਹ ਦਿੱਤਾ, ਕਿਉਂਕਿ ਇੱਕ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇੱਧਰ ਮਹਾਰਾਜ ਜੀ ਨੇ ਅਕਾਲ ਤਖਤ ਦੀ ਜਿਹੜੀ ਸਥਾਪਨਾ ਕੀਤੀ ਹੈ। ਅੱਜ ਵੀ ਅਸੀਂ ਜੇ ਬਾਹਰੀ ਤੌਰ 'ਤੇ ਵੀ ਉਸ ਸਥਾਨ ਦੇ ਦਰਸ਼ਨ ਕਰਦੇ ਹਾਂ ਤਾਂ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਗੁੰਬਦ ਹੈ, ਉਹ ਬੈਠਵਾਂ ਗੁੰਬਦ ਬਣਿਆ ਹੋਇਆ ਹੈ, ਜੋ ਕਿ ਨਿਮਰਤਾ ਔਰ ਭਗਤੀ ਦਾ ਪ੍ਰਤੀਕ ਹੈ। ਤੇ ਉਧਰ ਅਕਾਲ ਤਖਤ ਸਾਹਿਬ ਦਾ ਜਿਹੜਾ ਗੁੰਬਦ ਹੈ, ਉਹ ਖੜਵੇਂ ਰੁੱਖ ਦਾ ਹੈ। ਤੇ ਹਰਿਮੰਦਰ ਸਾਹਿਬ ਦੇ ਅੰਦਰ ਗੁੰਬਦ ਵੀ ਬੈਠਵਾਂ ਤੇ ਉੱਥੇ ਰਾਗੀ ਜਥਾ ਬੈਠ ਕੇ ਕੀਰਤਨ ਕਰਦਾ ਹੈ। ਅਕਾਲ ਤਖਤ ਸਾਹਿਬ ਦਾ ਗੁੰਬਦ ਵੀ ਖੜਵੇਂ ਰੁੱਖ ਦਾ ਹੈ ਤੇ ਉੱਥੇ ਢਾਡੀ ਜਥੇ ਖੜ ਕੇ ਵਾਰਾਂ ਗਾਉਂਦੇ ਨੇ ਵੀਰ ਰਸੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦਾ ਸੁਮੇਲ ਕੀਤਾ। ਜਦੋਂ ਗੁਰੂ ਸਾਹਿਬ ਮਹਾਰਾਜ ਜੀ ਨੇ ਫੌਜਾਂ ਭਰਤੀ ਕਰ ਲਈਆਂ, ਵੀਰ ਅਸੀਂ ਵਾਰਾਂ ਦਾ ਗਾਇਨ ਹੋਣਾ, ਯੁੱਧ ਵਿੱਦਿਆ ਦਾ ਅਭਿਆਸ ਹੋਣਾ, ਤੇ ਕਈ ਉਦੋਂ ਮਨ ਵਿੱਚ ਸ਼ੰਕਾ ਵੀ ਕਰਕੇ ਬਹਿ ਗਏ
ਕਈਆਂ ਦੇ ਮਨ 'ਚ ਭੁਲੇਖਾ ਵੀ ਪੈ ਗਿਆ ਵੀ ਪਹਿਲਾਂ ਤਾਂ ਐਸਾ ਨਹੀਂ ਸੀ ਧਰਮਸਾਲ ਕਰ ਬਹੀਂ ਦਾ, ਵੀ ਪਹਿਲੇ ਗੁਰੂ ਸਾਹਿਬ ਤਾਂ ਧਰਮਸ਼ਾਲਾ 'ਚ ਬਹਿ ਜਾਂਦੇ ਸੀ ਸ਼ਾਂਤ ਰੂਪ ਹੋ ਕੇ, ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ। ਪਰ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਕਹਿੰਦੇ ਇੱਕ ਥਾਂ ਉਹਨਾਂ ਟਿਕਿਆ ਟਿਕਾਇਆ, ਵੀ ਕਦੇ ਉਹ ਸ਼ਿਕਾਰ ਖੇਡਣ ਗਏ ਹੁੰਦੇ ਨੇ, ਕਦੇ ਉਹ ਅਕਾਲ ਤਖਤ ਤੇ ਢਾਡੀ ਵਾਰਾਂ ਸੁਣਦੇ ਹੁੰਦੇ ਨੇ, ਫਿਰ ਕਦੇ ਦਰਬਾਰ ਸਾਹਿਬ ਅੰਦਰ ਕਹਿਣ ਲੱਗੇ ਵੀ ਉਹਨਾਂ ਦਾ ਜਿਹੜਾ ਇੱਦਾਂ ਉਹ ਇਕਾਂਤ ਵਿੱਚ ਨਹੀਂ ਟਿਕ ਕੇ ਨਹੀਂ ਬੈਠਦੇ। ਤੇ ਪਹਿਲਾਂ ਤਾਂ ਕਹਿਣ ਲੱਗੇ ਵੀ ਉਹ ਗੁਰੂ ਸਾਹਿਬ ਜੀ ਇੱਦਾਂ ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਇਆ। ਤੇ ਇਹ ਜਿਹੜਾ ਹਕੂਮਤ ਦੇ ਵੱਲੋਂ ਐਲਾਨ ਕੀਤਾ ਹੋਇਆ ਵੀ ਕੋਈ ਘੋੜੇ 'ਤੇ ਨਾ ਚੜ੍ਹੇ, ਕੋਈ ਸੋਹਣੀ ਦਸਤਾਰ ਨਾ ਸਜਾਵੇ, ਕੋਈ ਫੌਜ ਨਾ ਰੱਖੇ, ਕੋਈ ਯੁੱਧ ਵਿੱਦਿਆ ਦਾ ਅਭਿਆਸ ਨਾ ਕਰੇ, ਤੇ ਇਹ ਤੇ ਫਿਰ ਹਕੂਮਤ ਦੇ ਨਾਲ ਝਗੜਾ ਖੜਾ ਹੋਏਗਾ। ਤੇ ਫਿਰ ਭਾਈ ਗੁਰਦਾਸ ਹੋਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਗੱਲ ਕੀਤੀ। ਮਹਾਰਾਜ ਜੀ ਨੇ ਜੋ ਜੋ ਉਪਦੇਸ਼ ਭਾਈ ਗੁਰਦਾਸ ਹੋਰਾਂ ਨੂੰ ਦੱਸੇ ਸਮਝਾਏ, ਤੇ ਫਿਰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਰਚੀ। ਮਹਾਰਾਜ ਜੀ ਨੇ ਦੱਸਿਆ ਸੀ ਕਿ ਜਦੋਂ ਆਪਾਂ ਖੂਹ ਦੇ ਵਿੱਚੋਂ ਪਾਣੀ ਪ੍ਰਾਪਤ ਕਰਨਾ, ਪਾਣੀ ਕੱਢਣਾ, ਤੇ ਘੜੇ ਦਾ ਜਿਹੜਾ ਮੂੰਹ ਹੈ ਨਾ ਉਹ ਕਿਸੇ ਰੱਸੇ ਦੇ ਨਾਲ ਬੰਨ੍ਹਣਾ ਪੈਣਾ ਨਾ, ਫੇਰ ਹੀ ਉਹ ਖੂਹ 'ਚ ਲਟਕਾਵਾਂਗੇ। ਜੇ ਬੰਨਾਂਗੇ ਨਹੀਂ ਤੇ ਪਾਣੀ ਕਿੱਥੋਂ ਨਿਕਲੇਗਾ? ਜਿਉਂ ਕਰ ਨਿਕਲੈ ਗਲ ਬੱਧੇ ਖੂਹੋਂ ਪਾਣੀ, ਵੀ ਜਦੋਂ ਖੂਹ ਦੇ ਵਿੱਚੋਂ ਪਾਣੀ ਕੱਢਣਾ ਤੇ ਘੜੇ ਦਾ ਮੂੰਹ ਜਿਹੜਾ ਹੈ ਉਹ ਸਾਨੂੰ ਬੰਨ੍ਹਣਾ ਪੈਣਾ। ਫਿਰ ਕਹਿੰਦੇ ਜਿਉਂ ਮਨ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ। ਕਾਲੇ ਨਾਗ ਦੇ ਸਿਰ ਵਿੱਚ ਇਹ ਇੱਕ ਮਿੱਥ ਹੈ ਕਿ ਉਹਦੇ ਸਿਰ 'ਚ ਮਣੀ ਹੈ, ਤੇ ਉਹ ਮਣੀ ਲੋਕ ਪ੍ਰਾਪਤ ਕਰਦੇ ਨੇ। ਤੇ ਕਹਿੰਦੇ ਉਹ ਸੱਪ ਜਿਹੜਾ ਉਹਦੇ ਅੱਗੇ ਹੱਥ ਜੋੜ ਕੇ ਉਹਨੂੰ ਬੇਨਤੀ ਕਰੋ, ਅਰਜ਼ ਗੁਜ਼ਾਰੋ ਵੀ ਸੱਪ ਜੀ ਇਹ ਜਿਹੜੀ ਮਣੀ ਹੈ ਇਹ ਤੁਸੀਂ ਸਾਨੂੰ ਦੇ ਦਿਓ। ਕਹਿਣ ਦਾ ਭਾਵ ਜਿਹੜੀ ਮੁਗਲ ਹਕੂਮਤ ਸੀ ਉਹ ਕਾਲੇ ਨਾਗ ਦੀ ਤਰ੍ਹਾਂ ਸੀ, ਤੇ ਪਰਜਾ ਜਿਹੜੀ ਹੈ ਇਨਸਾਫ ਚਾਹੁੰਦੀ ਸੀ, ਉਹ ਮਾਨੋ ਮਣੀ ਸੀ। ਹੁਣ ਰਾਜੇ ਜਿਹੜੇ ਆ ਉਹ ਇੱਥੋਂ ਤੱਕ ਜ਼ਾਲਮ ਹੋ ਚੁੱਕੇ ਨੇ ਵੀ ਉਹ ਨਿਮਾਣੇ ਨਿਤਾਣੇ ਦੀ ਕੋਈ ਕੂਕ ਪੁਕਾਰ ਸੁਣਦੇ ਹੀ ਨਹੀਂ। ਮਹਾਰਾਜ ਕਹਿੰਦੇ ਵੀ ਇਹ ਤਾਂ ਇਉਂ ਹੈ ਵੀ ਜਿਵੇਂ ਕਾਲੇ ਨਾਗ ਦੇ ਅੱਗੇ ਹੱਥ ਜੋੜ ਕੇ ਆਖੇ ਵੀ ਸੱਪ ਜੀ ਸਾਨੂੰ ਮਣੀ ਚਾਹੀਦੀ ਹੈ, ਮਣੀ ਦਿਓ, ਕਹਿੰਦੇ ਉਹ ਦੇ ਦੇਗਾ ਮਣੀ? ਨਹੀਂ ਦੇਗਾ। ਕੀ ਕਰਨਾ ਪਏਗਾ? ਸੱਪ ਦੀ ਸਿਰੀ ਫੇਹਣੀ ਪਏਗੀ, ਫੇਰ ਉਹ ਮਣੀ ਦੇਗਾ। ਜਿਉਂ ਕਰ ਨਿਕਲੈ ਖੂਹੋਂ ਗਲ ਬੱਧੇ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ। ਜਾਣ ਕਥੂਰੀ ਮਿਰਗ ਤਨ ਮਰ ਮੁੱਕੈ ਆਣੀ। ਜੇ ਮਿਰਗ ਦੀ ਨਾਭੀ ਦੇ ਵਿੱਚੋਂ ਕਸਤੂਰੀ ਚਾਹੀਦੀ ਹੈ ਤਾਂ ਉਹਦੀ ਨਾਭੀ ਨੂੰ ਚਾਕ ਕਰਨਾ ਪਏਗਾ, ਚੀਰਨਾ ਪਏਗਾ, ਫੇਰ ਹੀ ਕਸਤੂਰੀ ਹੱਥ ਆਏਗੀ ਨਾ। ਤੇ ਇਸੇ ਤਰ੍ਹਾਂ ਹੀ ਕਹਿਣ ਲੱਗੇ ਹੋਰ ਵੀ ਜਿਹੜੀਆਂ ਕੁਝ ਉਦਾਹਰਨਾਂ ਦੇ ਕੇ ਸਮਝਾਇਆ ਕਿ ਜਿਸ ਤਰੀਕੇ ਦੇ ਨਾਲ ਇੱਕ ਨਾਰੀਅਲ ਹੈ, ਹੁਣ ਉਸ ਨਾਰੀਅਲ ਦਾ ਉਹ ਗਿਰੀ ਦਾ ਮੂੰਹ ਜੇ ਨਹੀਂ ਭੰਨਾਂਗੇ ਤੇ ਗਿਰੀ ਕਿੱਥੋਂ ਪ੍ਰਾਪਤ ਕਰਾਂਗੇ। ਤੇ ਇਸੇ ਤਰ੍ਹਾਂ ਹੀ ਜਿਹੜੇ ਬੇਮੁਖ ਲੋਕ ਨੇ, ਮਨਮੁਖ ਲੋਹਾ ਸਾਧੀ ਹੈ ਵਗਦੀ ਵਾਦਾਣੀ, ਤੇ ਮਨਮੁਖਾਂ ਨੂੰ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਨੂੰ ਇਹ ਹੁਣ ਸ਼ਸਤਰ ਦੇ ਨਾਲ ਹੀ ਜਿਹੜਾ ਜਿਵੇਂ ਆਮ ਇੱਕ ਕਹਾਵਤ ਹੈ ਵੀ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਤੇ ਮਹਾਰਾਜ ਜੀ ਨੇ ਇਉਂ ਸਭ ਦੇ ਫਿਰ ਭਰਮ ਦੂਰ ਕੀਤੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਨੇ ਲੋਕਾਂ ਦੇ ਜਿਹੜੇ ਝਗੜੇ ਝੇੜੇ ਇਨਸਾਫ ਲੈਣ ਵਾਸਤੇ ਦਰ ਦਰ ਦੀਆਂ ਠੋਕਰਾਂ ਜਿਹੜੇ ਲੋਕ ਖਾਂਦੇ ਫਿਰਦੇ ਸੀ, ਉਹ ਸਾਰੇ ਝਗੜੇ ਜਿਹੜੇ ਆ ਮਹਾਰਾਜ ਜੀ ਨੇ ਅਕਾਲ ਤਖਤ 'ਤੇ ਸੁਣਨੇ, ਫੈਸਲੇ ਦੇਣੇ ਤੇ ਨਿਪਟਾਉਣੇ। ਹੁਣ ਸਰਕਾਰੇ ਦਰਬਾਰੇ ਜਾਣ ਦੀ ਥਾਂ 'ਤੇ ਸਭ ਲੋਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਬੇਨਤੀ ਜੋਦੜੀ ਕਰਨ ਆਇਆ ਕਰਦੇ ਸਨ। ਸਤਿਗੁਰੂ ਮਹਾਰਾਜ ਜੀ ਨੇ ਆਪਣੀ ਫੌਜ ਨੂੰ ਬਹੁਤ ਸਾਰੇ ਜਿਹੜੇ ਨੇਮ, ਇੱਕ 7 ਜਿਹੜੇ ਨਿਯਮ ਸਮਝਾਏ ਸਨ ਵੀ ਇੱਕ ਤੇ ਕਿਸੇ ਸ਼ਸਤਰਹੀਣ ਦੇ ਉੱਤੇ ਵਾਰ ਨਹੀਂ ਕਰਨਾ। ਮੰਨ ਲਓ ਜੰਗ ਵਿੱਚ ਲੜਦੇ ਕਿਸੇ ਦਾ ਹਥਿਆਰ ਡਿੱਗ ਪਿਆ ਹੈ, ਉਹ ਨਿਹੱਥਾ ਹੋ ਗਿਆ, ਤੇ ਨਿਹੱਥੇ 'ਤੇ ਵਾਰ ਨਹੀਂ ਕਰਨਾ। ਫਿਰ ਬਜ਼ੁਰਗ ਦੇ ਉੱਤੇ, ਬੱਚੇ ਉੱਤੇ ਤੇ ਔਰਤ ਉੱਤੇ ਵਾਰ ਨਹੀਂ ਕਰਨਾ। ਜੇ ਕੋਈ ਮੈਦਾਨ ਛੱਡ ਕੇ ਭੱਜ ਗਿਆ ਤੇ ਭੱਜੇ ਜਾਂਦੇ ਤੇ ਵੀ ਵਾਰ ਨਹੀਂ ਕਰਨਾ। ਜੇ ਕੋਈ ਸ਼ਰਨ ਚਾਹੁੰਦਾ ਹੈ, ਸਮਰਪਣ ਕਰਦਾ, ਉਹਦੇ 'ਤੇ ਵੀ ਵਾਰ ਨਹੀਂ ਕਰਨਾ।
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਐਸੇ ਅਸੂਲ। ਮਹਾਰਾਜ ਜੀ ਇੱਕ ਵਾਰ ਜਦੋਂ ਸ਼ਿਕਾਰ ਖੇਡਦੇ ਨੇ, ਇੱਕ ਥਾਂ ਜਿਹੜੀ ਸੈਕਚੁਅਰੀ ਗੁਮਟਾਲੇ ਲਾਗੇ ਜਿਹੜੀ ਥਾਂ ਸੀ, ਉਹ ਸਰਕਾਰੀ ਥਾਂ ਸੀ। ਉੱਥੇ ਸਰਕਾਰੀ ਜਿਹੜੀ ਫੌਜ ਦੇ ਸਿਪਾਹੀ ਹੀ ਸ਼ਿਕਾਰ ਖੇਡ ਸਕਦੇ ਸੀ। ਮਹਾਰਾਜ ਸਿੱਖਾਂ ਸਮੇਤ ਉੱਧਰ ਗਏ ਹੋਏ ਨੇ ਤੇ ਗੁਰੂ ਮਹਾਰਾਜ ਦਾ ਬਾਜ, ਉਹ ਮੁਗਲ ਹਕੂਮਤ ਦੇ ਬਾਜ ਨੂੰ ਘੇਰ ਲਿਆਉਂਦਾ। ਬਾਜ ਗੁਰੂ ਮਹਾਰਾਜ ਦੇ ਹੱਥ 'ਚ ਆ ਜਾਂਦਾ ਹੈ ਤਾਂ ਉਹ ਜਿਹੜੇ ਬੜੇ ਗੁਮਾਨ ਵਿੱਚ ਮੁਗਲ ਅਹਿਲਕਾਰ ਉਹ ਬਾਜ ਮੰਗਣ ਆਏ ਤੇ ਬੜੇ ਉਹਨਾਂ ਨੇ ਧਮਕੀਆਂ ਦਿੱਤੀਆਂ, ਡਰਾਵੇ ਦਿੱਤੇ। ਤੁਹਾਨੂੰ ਇੱਥੇ ਆਉਣ ਦੀ ਕਿਹਨੇ ਆਗਿਆ ਦਿੱਤੀ? ਤੁਹਾਡੀ ਹਿੰਮਤ ਕਿਵੇਂ ਪਈ ਇੱਥੇ ਆ ਕੇ ਸ਼ਿਕਾਰ ਖੇਡਣ ਦੀ? ਰੋਹ ਮਾਰ ਕੇ ਕਹਿੰਦੇ ਸਾਡਾ ਬਾਜ ਦਿਓ। ਤੇ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਕਿ ਹੁਣ ਭਾਈ ਬਾਜ ਨਹੀਂ, ਹੁਣ ਤੁਸੀਂ ਆਪਣੇ ਤਾਜ ਦੀ ਫਿਕਰ ਕਰੋ। ਇੰਨਾ ਜ਼ੁਲਮ, ਇੰਨਾ ਸਿਤਮ, ਨਾ ਕੂਕ ਪੁਕਾਰ, ਇੰਨਾ ਗੁਮਾਨ ਤੁਹਾਡੇ ਮਨ ਦੇ ਵਿੱਚ। ਤੇ ਇਉਂ ਫਿਰ ਉਹ ਜਿਹੜੇ ਅਹਿਲਕਾਰ ਸੀ ਉਹ ਜਾ ਕੇ ਲਾਹੌਰ ਦਰਬਾਰ ਦੇ ਵਿੱਚ ਰੋਏ ਪਿੱਟੇ। ਸ਼ਾਹਜਹਾਂ ਨੇ ਮੁਗਲ ਸਿੱਖਾਂ ਨੂੰ 7000 ਦੀ ਫੌਜ ਦੇ ਕੇ ਭੇਜਿਆ। ਉਹ ਚੜ੍ਹਾਈ ਕਰਕੇ ਆਇਆ ਤੇ ਉਹ ਪਹਿਲੀ ਜੰਗ ਜਿਹੜੀ ਹੋਈ ਉਸ ਦੇ ਵਿੱਚ ਜਿੰਨੇ ਵੀ ਜਰਨੈਲ ਚੜ੍ਹ ਕੇ ਆਏ, ਇੱਕ ਵੀ ਜਿਉਂਦਾ ਬਚ ਕੇ ਨਹੀਂ ਗਿਆ। ਮੁਗਲ ਸਿੱਖਾਂ ਆਪ ਵੀ ਮਾਰਿਆ ਗਿਆ ਤੇ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫਤਿਹ ਹੋਈ। ਇਉਂ ਹੀ ਦੂਸਰੀ ਜੰਗ ਸਤਿਗੁਰੂ ਮਹਾਰਾਜ ਜੀ ਨੇ, ਜਦੋਂ ਚੁਮਾਸੇ ਦੇ ਦਿਨ ਸੀ ਤੇ ਮਹਾਰਾਜ ਜੀ ਹਰਗੋਬਿੰਦਪੁਰੇ ਆਏ। ਇਸ ਨਗਰ ਦਾ ਨਾਮ ਪਹਿਲਾਂ ਗੋਬਿੰਦਪੁਰਾ ਸੀ, ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਪਰ ਉੱਥੇ ਭਗਵਾਨ ਦਾਸ ਘੇਰੜ ਆਪਣੇ ਸਰਕਾਰੀ ਅਸਰ ਰਸੂਖ ਦੇ ਕਾਰਨ ਉਹਨੇ ਉਹ ਨਗਰ ਦੇ ਉੱਤੇ ਕਬਜ਼ਾ ਕਰ ਲਿਆ ਸੀ। ਮਹਾਰਾਜ ਸਿੱਖਾਂ ਦੇ ਸਮੇਤ ਘੁੰਮਦੇ ਘੁਮਾਉਂਦੇ ਉੱਧਰ ਗਏ ਤੇ ਮਨ ਬਣਾਇਆ ਵੀ ਚੁਮਾਸਾ ਆਪਾਂ ਇੱਥੇ ਹੀ ਕੱਟਾਂਗੇ। ਇਹ ਜਿਹੜੇ 4 ਮਹੀਨੇ ਨੇ ਤੇ ਇਹ ਇੱਥੇ ਹੀ ਕੱਟੀਏ। ਤੇ ਭਗਵਾਨ ਦਾਸ ਘੇਰਣ ਉਹਨੂੰ ਫਿਕਰ ਪੈ ਗਈ ਵੀ ਇੱਥੇ ਕਿਤੇ ਪੱਕਾ ਹੀ ਸਿੱਖ ਡੇਰਾ ਲਾ ਲੈਣਗੇ, ਇਹ ਪਿੰਡ ਨਾ ਕਿਤੇ ਮੈਥੋਂ ਖੋਹ ਲੈਣ। ਉਹ ਦਬਕਾ ਮਾਰਨ ਵਾਸਤੇ ਆਇਆ, ਆਪਣਾ ਜਿਹੜਾ ਸਰਕਾਰੀ ਰੋਹਬ ਉਹ ਝਾੜਨ ਵਾਸਤੇ ਆਇਆ। ਮਹਾਰਾਜ ਜੀ ਨੇ ਸਮਝਾਇਆ ਉਹਨੂੰ ਵੀ ਅਸੀਂ ਭਾਈ ਕੁਝ ਸਮਾਂ ਇੱਥੇ ਰੁਕਣਾ ਹੈ, ਫਿਰ ਅਸੀਂ ਚਲੇ ਜਾਣਾ। ਪਰ ਉਹ ਗੁਮਾਨ ਦੇ ਵਿੱਚ ਸੀ, ਅਭਿਮਾਨ ਦੇ ਵਿੱਚ ਸੀ। ਉਹਨੇ ਮਹਾਰਾਜ ਦੀ ਸ਼ਾਨ ਦੇ ਖਿਲਾਫ ਕੁਝ ਸ਼ਬਦ ਕਹੇ ਤੇ ਬਾਬਾ ਵਿਧੀ ਚੰਦ ਹੋਰਾਂ ਨੇ ਫਿਰ ਰੋਹ 'ਚ ਆ ਕੇ ਉਹਨੂੰ ਚਾਟਾ ਛਕਾਇਆ। ਕੁੱਟਮਾਰ ਦੇ ਦੌਰਾਨ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਉਹਦਾ ਪੁੱਤਰ ਤੇ ਚੰਦੂ ਦਾ ਪੁੱਤਰ ਰਤਨ ਚੰਦ ਤੇ ਕਰਮ ਚੰਦ ਦੋਵੇਂ ਮਿਲ ਕੇ ਜਲੰਧਰ ਦੇ ਸੂਬੇ ਅਬਦੁੱਲਾ ਖਾਂ ਦੇ ਕੋਲ ਆ ਕੇ ਰੋਏ ਪਿੱਟੇ, ਤਰਲੇ ਕੀਤੇ ਤੇ ਇਹ ਫਿਰ 15000 ਦੀ ਫੌਜ ਚੜ੍ਹ ਕੇ ਗਈ। ਮਹਾਰਾਜ ਸਤਿਗੁਰੂ ਜੀ ਨੇ ਉਹ ਜੰਗ ਜਿਹੜੀ ਹੈ ਫਤਿਹ ਕੀਤੀ। ਫਿਰ ਤੀਸਰੀ ਜੰਗ ਦਾ ਜਿਹੜਾ ਮੁੱਢ ਵੱਜਦਾ ਹੈ, ਇੱਕ ਸਿੱਖ ਮਹਾਰਾਜ ਵਾਸਤੇ ਬੜੇ ਸੋਹਣੇ ਘੋੜੇ ਲੈ ਕੇ ਆ ਰਿਹਾ ਹੈ। ਉਹਨੇ ਪਾਟੇ ਜੇ ਮੈਲੇ ਜੇ ਝੁੱਲ ਉੱਤੇ ਪਾਏ ਹੋਏ ਨੇ ਵੀ ਕਿਸੇ ਮੁਗਲ ਦੀ ਨਿਗਾਹ ਨਾ ਪੈ ਜੇ। ਪਰ ਇੱਕ ਮੁਗਲ ਦੀ ਨਿਗਾਹ ਪੈ ਗਈ। ਉਹਨੇ ਕਿਹਾ ਇਹ ਘੋੜੇ ਮੈਂ ਖਰੀਦਣੇ ਨੇ। ਸਿੱਖ ਨੇ ਕਿਹਾ ਵੀ ਨਹੀਂ, ਇਹ ਮੈਂ ਵੇਚਣ ਵਾਸਤੇ ਨਹੀਂ, ਇਹ 6ਵੇਂ ਪਾਤਸ਼ਾਹ ਵਾਸਤੇ ਨੇ। ਉਹਨੇ ਧੱਕੇ ਨਾਲ ਖੋਹ ਲਏ ਤੇ ਉਹ ਮਹਾਰਾਜ ਦੇ ਹਜ਼ੂਰ ਆਇਆ। ਗੁਰੂ ਸਾਹਿਬ ਜੀ ਕਹਿੰਦੇ ਤੇਰੀ ਭੇਟਾ ਸਾਡੇ ਪਾਸ ਪਹੁੰਚ ਗਈ। ਬਾਬਾ ਵਿਧੀ ਚੰਦ ਨੂੰ ਥਾਪੜਾ ਦੇ ਕੇ ਭੇਜਿਆ। ਘਾਹੀ ਬਣ ਕੇ ਬਾਬਾ ਵਿਧੀ ਚੰਦ ਜੀ ਉਹ ਘੋੜਾ ਲੈ ਆਏ ਇੱਕ, ਤੇ ਉਹ ਘੋੜਾ ਜੀ ਨਾ ਲਾਵੇ, ਘਾਹ ਨਾ ਖਾਵੇ। ਮਹਾਰਾਜ ਕਹਿੰਦੇ ਬਾਬਾ ਵਿਧੀ ਚੰਦ ਜੀ ਨੂੰ, ਕਹਿੰਦੇ ਇਹ ਵੀ ਬਾਬਾ ਵਿਧੀ ਚੰਦ ਜੀ ਨੂੰ ਕਹਿੰਦੇ ਵੀ ਘੋੜੇ ਨੇ ਦਿਲ ਨਹੀਂ ਲਾਇਆ, ਘਾਹ ਨਹੀਂ ਖਾਧਾ, ਦਾਣਾ ਪੱਠਾ ਨਹੀਂ ਖਾਧਾ, ਇਹਨੂੰ ਛੱਡ ਆਓ ਤੁਸੀਂ ਉੱਥੇ ਜਿੱਥੋਂ ਲਿਆਂਦਾ, ਕਿਉਂਕਿ ਇਹਦਾ ਦੂਸਰੇ ਆਪਣੇ ਭਰਾ ਤੋਂ ਬਿਨਾਂ ਜੀ ਨਹੀਂ ਲੱਗਦਾ। ਤਾਂ ਬਾਬਾ ਵਿਧੀ ਚੰਦ ਜੀ ਕਹਿੰਦੇ ਮਹਾਰਾਜ ਇਹਨੂੰ ਕਿਉਂ ਛੱਡ ਕੇ ਆਉਣਾ, ਮੈਂ ਦੂਜਾ ਘੋੜਾ ਵੀ ਲੈ ਕੇ ਆਵਾਂਗਾ। ਨਜੂਮੀ ਬਣ ਕੇ ਦੂਜਾ ਘੋੜਾ ਵੀ ਲਿਆਂਦਾ। ਨਾਲੇ ਦੱਸ ਆਏ ਵੀ ਅਸੀਂ ਭਾਈ ਰੂਪੇ ਨਗਰ ਦੇ ਵਿੱਚ ਦੀਨੇ ਕਾਂਗੜ ਦੇ ਇਲਾਕੇ ਵਿੱਚ ਰੁਕੇ ਹੋਏ ਹਾਂ। ਇਹ ਘੋੜੇ ਮਹਾਰਾਜ ਦੇ ਸਨ, ਅਸੀਂ ਆਪਣੇ ਘੋੜੇ ਲੈ ਕੇ ਚੱਲੇ ਹਾਂ। ਤੁਹਾਡੇ ਚੋਰੀ ਕਰਕੇ ਨਹੀਂ ਲੈ ਕੇ ਚੱਲੇ, ਅਸੀਂ ਆਪਣੇ ਘੋੜੇ ਲੈ ਕੇ ਚੱਲੇ ਹਾਂ। ਤਾਂ ਫਿਰ ਲੱਲਾ ਬੇਗ 35000 ਦੀ ਫੌਜ ਚੜ੍ਹ ਕੇ ਲਿਆਇਆ। ਮਹਾਰਾਜ ਜੀ ਦੀ ਤੀਜੀ ਜੰਗ ਮਹਾਰਾਜ ਪਿੰਡ ਦੇ ਵਿੱਚ ਹੋਈ 35000 ਦੀ ਫੌਜ ਦੇ ਨਾਲ, ਤੇ ਉਹ ਜੰਗ ਵੀ ਫਤਿਹ ਹੋਈ। ਫਿਰ ਸਤਿਗੁਰੂ ਮਹਾਰਾਜ ਜੀ ਦੇ ਨਾਲ ਪੈਂਦੇ ਖਾਂ ਜਿਹੜਾ, ਕਿਉਂਕਿ ਮਹਾਰਾਜ ਜੀ ਨੇ ਕਿਹਾ ਸੀ
ਵੀ ਇਹ ਜਿਹੜਾ ਤੈਨੂੰ ਘੋੜਾ ਦਿੱਤਾ ਪੈਂਦੇ ਖਾਂ ਇਹਦੇ 'ਤੇ ਸਵਾਰ ਹੋ ਕੇ ਗੁਰੂ ਦਰਬਾਰ 'ਚ ਆਇਆ ਕਰ, ਆਹ ਪੁਸ਼ਾਕ ਪਹਿਨ ਕੇ ਆਇਆ ਕਰ। ਪਰ ਉਹ ਜਿਹੜਾ ਘੋੜਾ ਤੇ ਉਹ ਪੁਸ਼ਾਕ ਉਸਮਾਨ ਖਾਨ ਨੇ, ਪੈਂਦੇ ਖਾਨ ਦੇ ਦਮਾਦ ਨੇ ਲੈ ਲਈ ਰੌਲਾ ਪਾ ਕੇ। ਪੈਂਦੇ ਖਾਂ ਕਈ ਦਿਨ ਆਇਆ ਨਾ, ਸੁਨੇਹਾ ਭੇਜ ਕੇ ਜਦੋਂ ਬੁਲਾਇਆ ਮਹਾਰਾਜ ਨੇ ਪੁੱਛਿਆ ਵੀ ਤੂੰ ਉਹ ਘੋੜਾ ਨਹੀਂ ਲਿਆਇਆ, ਪੁਸ਼ਾਕ ਨਹੀਂ ਲਿਆਇਆ? ਤਾਂ ਉਹਨੇ ਕਿਹਾ ਜੀ ਮੈਂ ਅੱਜ ਕਾਹਲੀ 'ਚ ਆ ਗਿਆ, ਤੁਹਾਡਾ ਸੁਨੇਹਾ ਮਿਲਿਆ। ਤੇ ਪੈਂਦੇ ਖਾਂ ਦੇ ਦਮਾਦ ਨੇ ਉਸਮਾਨ ਖਾਨ ਨੇ ਇੱਕ ਜਿਹੜਾ ਬਾਜ ਸੀ ਗੁਰੂ ਘਰ ਦਾ, ਬਾਬਾ ਗੁਰਦਿੱਤਾ ਜੀ ਦਾ, ਉਹ ਵੀ ਉਹਨੇ ਫੜ ਲਿਆ ਸੀ ਮੰਗਣ, ਤੇ ਉਹਨੇ ਦਿੱਤਾ ਨਾ, ਮੰਨਿਆ ਵੀ ਨਾ। ਬਾਬਾ ਵਿਧੀ ਚੰਦ ਗਏ ਤੇ ਉਹਦੇ ਘਰੋਂ ਸਾਰਾ ਸਮਾਨ ਨਿਕਲ ਆਇਆ। ਜਦੋਂ ਉਹਨੂੰ ਦੱਸਿਆ ਵੀ ਆ ਤੇਰੇ ਘਰੋਂ ਨਿਕਲਿਆ, ਤੂੰ ਮੰਨਦਾ ਨਹੀਂ ਸੀ, ਕਹਿੰਦਾ ਇਹ ਤੁਸੀਂ ਝੂਠੀਆਂ ਤੁਹਮਤਾਂ ਲਾਉਂਦੇ ਹੋ। ਉਹ ਵੀ ਫਿਰ ਬਕ-ਬਕ ਕਰਨ ਲੱਗ ਪਿਆ। ਫਿਰ ਬਾਬਾ ਵਿਧੀ ਚੰਦ ਜੀ ਨੇ ਉੱਥੋਂ ਉਹਨੂੰ ਧੱਕੇ ਮਾਰ ਕੇ ਕੱਢਿਆ ਦਰਬਾਰ ਦੇ ਵਿੱਚੋਂ। ਫਿਰ ਉਹ ਵੀ ਵੱਡੀ ਭਾਰੀ ਫੌਜ ਚੜ੍ਹ ਕੇ ਕਰੀਬਨ ਉਹ ਜਿਹੜੀ ਚੌਥੀ ਜੰਗ ਦੇ ਵਿੱਚ ਲੱਖ ਦੇ ਕਰੀਬ ਫੌਜ ਦੀ ਗਿਣਤੀ ਦੱਸੀ ਹੈ ਵੀ ਲੱਖ ਦੇ ਕਰੀਬ ਫੌਜ ਜਿਹੜੀ ਆ ਉਹ ਚੜ੍ਹ ਕੇ ਆਈ। ਪੈਂਦੇ ਖਾਨ ਨੂੰ ਮਹਾਰਾਜ ਨੇ ਸ਼ਿਕਸਤ ਦਿੱਤੀ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੇ ਜ਼ੁਲਮ ਨੂੰ ਮਿਟਾਉਣ ਦੀ ਖਾਤਰ 4 ਜੰਗਾਂ ਲੜੀਆਂ ਔਰ ਚਾਰੇ ਹੀ ਗੁਰੂ ਸਾਹਿਬ ਜੀ ਨੇ ਫਤਿਹ ਕੀਤੀਆਂ। ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਗੁਰਤਾ ਗੱਦੀ ਵਿਰਾਜਮਾਨ ਹੋਣ ਦੇ ਦਿਵਸ ਦੀ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।